हेलो फ्रेंड्स, सो वेलकम टू माय चैनल जिसका नाम है सिमरन पंजाबी। चैनल मैं खास तौर ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਂਟੀ ਐਗਜ਼ਾਮ ਤੇ ਮਾਸਟਰ ਗ੍ਰੇਡ ਦੀ ਤਿਆਰੀ ਕਰ ਰਹੇ ਨੇ ਤੇ ਅੱਗੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ। ਡਿਫਰੈਂਟ ਆਈਟੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੀ ਹਾਂ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਲਾਈਕ ਜ਼ਰੂਰ ਕਰਿਆ ਕਰੋ, ਵੀਡੀਓਜ਼ ਨੂੰ ਸ਼ੇਅਰ ਕਰਿਓ, ਕਮੈਂਟ ਕਰਕੇ ਦੱਸੋ ਕਿਸ ਤਰ੍ਹਾਂ ਦੇ ਲੱਗਦੇ ਪਏ ਨੇ। ਇਸ ਤੋਂ ਇਲਾਵਾ ਤੁਸੀਂ ਮੈਨੂੰ ਟੈਲੀਗ੍ਰਾਮ ਚੈਨਲ ਦੇ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ, ਲਿੰਕ ਉਸ ਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਸਕਦਾ ਹੈ ਤੁਹਾਨੂੰ। ਇਸ ਤੋਂ ਇਲਾਵਾ ਕਮਿਊਨਿਟੀ ਬਾਕਸ ਦੇ ਵਿੱਚ ਮੈਸੇਜ ਵੀ ਜ਼ਰੂਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਮੈਸੇਜ ਮੈਂ ਰੋਜ਼ ਦੇ ਰੋਜ਼ ਅਪਡੇਟ ਕਰਦੀ ਹਾਂ। ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਨਿਊ ਇੱਥੇ ਸਾਡੇ ਕੋਲ ਸੁਪਰ ਸਬਸਕ੍ਰਾਈਬਰ ਮੈਂਬਰਸ਼ਿਪ ਜਿਹੜੀ ਹੈਗੀ ਆ ਹੁਣ ਚੱਲਦੀ ਪਈ ਹੈ, ਜਿਵੇਂ ਕਿ ਤੁਹਾਡੇ ਉੱਥੇ ਜੁਆਇਨ ਵਾਲਾ ਬਟਨ ਜ਼ਰੂਰ ਆਉਂਦਾ ਹੋਏਗਾ। ਅਗਰ ਤੁਸੀਂ ਜੁਆਇਨ ਵਾਲੇ ਬਟਨ ਨੂੰ ਕਰਦੇ ਹੈਗੇ ਹੋ ਦੈਨ ਤੁਸੀਂ ਸੁਪਰ ਸਬਸਕ੍ਰਾਈਬਰ ਮੇਰੇ ਬਣ ਜਾਂਦੇ ਹੋ। ਇਸ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਕੀ ਹੈਗਾ ਵਾ ਕਿ ਕਮੈਂਟ ਜਿਹੜੇ ਹੈਗੇ ਆ ਉਹ ਤੁਹਾਨੂੰ ਅਗਰ ਕਰੋਗੇ ਤਾਂ ਉਹ ਇੱਕ ਸਟਾਰ ਬੈਚ ਦੇ ਵਿੱਚ ਤੁਸੀਂ ਚਲ ਜਾਓਗੇ, ਯਾਨੀ ਕਿ ਜਿਵੇਂ ਕਹਿ ਸਕਦੇ ਹੋ ਨਾ ਇੱਕ ਐਕਸਕਲੂਸਿਵ ਤੁਸੀਂ ਮੇਰੇ ਮੈਂਬਰ ਜਿਹੜੇ ਹੈਗੇ ਨੇ ਅਲੱਗ ਤੌਰ ਤੇ ਇੱਕ ਬਣ ਸਕਦੇ ਹੋ ਮੇਰੇ ਚੈਨਲ ਤੇ। ਸੋ ਇਸ ਦੇ ਵਿੱਚ ਦੋ ਤਰੀਕੇ ਦੀ ਤੁਹਾਨੂੰ ਮੈਂਬਰਸ਼ਿਪ ਜਿਹੜੀ ਹੈਗੀ ਹੈ ਇੱਥੇ ਮਿਲ ਜਾਏਗੀ। ਸੋ ਜਿਹੜੇ ਤੁਸੀਂ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ, ਅਗਰ ਨਹੀਂ ਵੀ ਲੈਣਾ ਚਾਹੁੰਦੇ ਤਾਂ ਵੀ ਤੁਹਾਡੇ ਦੇ ਉੱਤੇ ਡਿਪੈਂਡ ਹੁੰਦਾ ਵਾ, ਠੀਕ ਹੈ। ਸੋ ਇਸ ਤੋਂ ਇਲਾਵਾ ਟੌਪਿਕ ਜਿਹੜਾ ਹੈਗਾ ਅੱਜ ਅਸੀਂ ਸ਼ੁਰੂ ਕਰਦੇ ਆ ਦੂਸਰੇ ਸਾਹਿਤ ਦੇ ਜਿਹੜੇ ਹੈਗੇ ਸਾਡੇ ਕੋਲ ਰੂਪ ਮਿਲਦੇ ਹੈਗੇ ਨੇ, ਠੀਕ ਹੈ। ਉਹਨਾਂ ਦੇ ਵਿੱਚ ਨੈਕਸਟ ਸਾਡੇ ਕੋਲ ਆਇੰਦਾ ਗਵਾ ਪੱਟੀ ਦੇ ਬਾਰੇ ਸਭ ਤੋਂ ਪਹਿਲਾਂ ਅਸੀਂ ਪੜਾਂਗੇ। ਕਹਿੰਦੇ ਸਾਹਿਤ ਵਿੱਚ ਪੱਟੀ ਤੋਂ ਭਾਵ ਉਸ ਖਾਸ ਬਾਣੀ ਜਾਂ ਕਾਵਿ ਤੋਂ ਹੈ ਜਿਸ ਦੇ ਹਰ ਬੰਦ ਵਿੱਚ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਜਿਹੜਾ ਹੈਗਾ ਵਾ ਦਿੱਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਰਾਗ ਆਸਾ ਦੇ ਵਿਚਲੀ ਅਜਿਹੀ ਬਾਣੀ ਨੂੰ ਪੱਟੀ ਦਾ ਨਾਮ ਦਿੱਤਾ ਹੈ। ਜਨਮ ਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ 7 ਸਾਲਾਂ ਦੀ ਉਮਰ ਦੇ ਵਿੱਚ ਉਸ ਸਮੇਂ ਉਚਾਰੀ ਜਦੋਂ ਉਹ ਪਾਂਦੇ ਪਾਸ ਪੜ੍ਹਨਗੇ। ਪੱਟੀ ਜਿਹੜੀ ਹੈ ਫਾਰਸੀ, ਸੀਰਫੀ ਤੇ ਸੰਸਕ੍ਰਿਤ, ਹਿੰਦੀ 52 ਅੱਖਰੀ ਵਾਂਗ ਹੀ ਇੱਕ ਸੁਤੰਤਰ ਕਾਵਿ ਰੂਪ ਹੈ। ਇਸ ਦਾ ਸਰੋਤ ਨਿਰੋਲ ਪੰਜਾਬੀ ਕਾਵਿ ਰੂਪ 35 ਅੱਖਰੀ ਹੈਗਾ, ਕਿਉਂਕਿ ਗੁਰਮੁਖੀ ਵਰਣਮਾਲਾ ਦੇ ਮੂਲ ਜਿਹੜੇ ਹੈਗੇ ਸਾਡੇ ਕੋਲ ਕਿੰਨੇ ਅੱਖਰ ਮਿਲਦੇ ਨੇ 35। ਸੋ ਇਸ ਦਾ ਇੱਕ ਸਰੋਤ 35 ਅੱਖਰੀ ਵਾਲਾ ਹੈਗਾ ਵਾ। ਮੱਧਕਾਲ ਚ 35 ਅੱਖਰੀ ਦਾ ਬੋਧ ਬਾਲਕ ਨੂੰ ਪੱਟੀ ਜਾਂ ਤਖਤੀ ਤੇ ਲਿਖ ਕੇ ਕਰਵਾਇਆ ਜਾਂਦਾ ਸੀ, ਯਾਨੀ ਕਿ ਪੁਰਾਣੀ ਤਖਤੀਆਂ ਜਿਹੜੀਆਂ ਹੈਗੀਆਂ ਸੀ ਉਹ ਮਿਲਦੇ ਸੀ ਜਿੱਥੇ ਉਹਨਾਂ ਨੂੰ ਪੜਾਇਆ ਜਾਂਦਾ ਸੀ, ਇਸ ਲਈ ਇਸ ਦਾ ਨਾਮ ਕੀ ਪੈ ਗਿਆ, ਪੱਟੀ ਪੈ ਗਿਆ। ਸਾਹਿਤ ਵਿੱਚ 35 ਅੱਖਰੀ ਗੁਰਮੁਖੀ ਵਰਣਮਾਲਾ ਦੇ 35 ਅੱਖਰਾਂ ਦੀ ਵਿਆਖਿਆ ਕਰਦੀ ਉਹ ਰਚਨਾ ਹੈ ਜਿਸ ਦੁਆਰਾ ਕੋਈ ਸੰਦੇਸ਼ ਦਿੱਤਾ ਜਾਂਦਾ ਹੈ ਜਾਂ ਇਹ ਸੰਦੇਸ਼ ਅਧਿਆਤਮਕ, ਸਮਾਜਿਕ ਤੇ ਰਾਜਨੀਤਿਕ ਕੋਈ ਵੀ ਹੋ ਸਕਦਾ ਹੈ। ਯਾਨੀ ਕਿ 35 ਅੱਖਰੀ ਜਿਹੜੀ ਹੈਗੀ ਆ ਗੁਰਮੁਖੀ ਵਰਣਮਾਲਾ ਦੇ 35 ਅੱਖਰਾਂ ਦੀ ਵਿਆਖਿਆ ਕਰਦੀ ਇੱਕ ਅਜਿਹੀ ਰਚਨਾ ਹੈ ਜਿਸ ਵਿੱਚ ਕਿਸੇ ਤਰੀਕੇ ਦਾ ਵੀ ਉਪਦੇਸ਼ ਦੇ ਸਕਦੇ ਹਾਂ। ਗੁਰੂ ਕਾਲ ਦੇ ਵਿੱਚ ਹਰ ਅਧਿਆਪਕ ਦੇ ਅਜਿਹੇ ਲੋਕ ਕਾਵਿ ਦੇ ਦੋ ਮੰਤਵ ਸਨ। ਇੱਕ ਤਾਂ ਹੈਗਾ ਸੀ ਫੱਟੀ ਜਾਂ ਤਖਤੀ ਉੱਤੇ ਲਿਖਣ ਬੱਚੇ ਨੂੰ ਅੱਖਰਾਂ ਜਾਂ ਅੱਖਰ ਕ੍ਰਮ ਦੀ ਪਛਾਣ ਜਾਂਦੀ ਸੀ, ਮਤਲਬ ਉਹਨਾਂ ਨੂੰ ਪਛਾਣ ਦਿੱਤੀ ਜਾਂਦੀ ਸੀ। ਦੂਜਾ ਹੈਗਾ ਸੀ ਉਹਨਾਂ ਨੂੰ ਸੁੱਤੇ ਸਿੱਧੇ ਹੀ ਸ਼ੁਭ ਗੁਣ ਅਥਵਾ ਆਚਾਰ ਵਿਹਾਰ ਦੀਆਂ ਗੱਲਾਂ ਵੀ ਗ੍ਰਹਿਣ ਕਰ ਜਾਂਦਾ ਸੀ। ਮਤਲਬ ਜਿਵੇਂ ਕਹਿ ਸਕਦੇ ਸੀ ਅਧਿਆਪਕ ਦੇ ਦੋ ਮੁੱਖ ਮੰਤਵ ਹੁੰਦੇ ਸੀ ਉਸ ਟਾਈਮ, ਇੱਕ ਤਾਂ ਬੱਚੇ ਨੂੰ ਲਰਨ ਕਰਵਾਉਣਾ, ਦੂਸਰਾ ਉਹਨਾਂ ਨੂੰ ਇੱਕ ਆਚਾਰ ਵਿਹਾਰ ਦੀਆਂ ਗੱਲਾਂ ਸਿਖਾਉਣਾ। ਇਹ ਗੁਣ ਹੌਲੀ ਹੌਲੀ ਉਸਦੇ ਜੀਵਨ ਦਾ ਅੰਗ ਬਣ ਜਾਂਦੇ ਸੀ। ਗੁਰੂ ਨਾਨਕ ਦੇਵ ਜੀ ਦੇ ਪੱਟੀ ਕਾਵਿ ਰੂਪ ਸੰਸਾ ਵਰਣਮਾਲਾ ਨਾਲ ਸ਼ੁਰੂ ਹੁੰਦੀ ਹੈ ਤੇ ਇਸ ਵਿਚਲੇ ਬੰਦਾਂ ਦੀ ਵਰਨ ਤਰਤੀਬ ਇਉਂ ਹੈਗੀ ਹੈ, ਜਿਵੇਂ ਕਿ ਸੱਸਾ, ਈੜੀ, ਊੜਾ, ਅੰਗਾ, ਕੱਕਾ, ਖੱਖਾ, ਇਸ ਤਰ੍ਹਾਂ ਸੋਨ। ਯਾਨੀ ਕਿ ਸਟਾਰਟਿੰਗ ਜਿਹੜਾ ਸਾਡੇ ਕੋਲ ਸ਼ੁਰੂ ਹੁੰਦੀ ਹੈਗੀ ਹੈ ਇੱਥੇ ਪੱਟੀ ਉਹ ਸੱਸੇ ਤੋਂ ਸ਼ੁਰੂ ਹੁੰਦੀ ਹੈ, ਯਾਨੀ ਕਿ ਪਹਿਲੇ ਅੱਖਰ ਦੇ ਨਾਲ, ਇਸ ਤਰੀਕੇ ਨਾਲ, ਠੀਕ ਹੈ। ਸੋ ਹਰ ਅੱਖਰ ਦੋ ਤੁਕੇ ਬੰਦ ਦੀ ਰਚਨਾ ਕੀਤੀ ਗਈ ਹੈ। ਗੁਰੂ ਨਾਨਕ ਦੇਵ ਜੀ ਦੇ ਪੱਟੀ ਵਿੱਚੋਂ ਇੱਕ ਮਿਸਾਲ ਜਿਹੜੀ ਵੇਖੀ ਜਾ ਸਕਦੀ ਹੈ, ਜਿਵੇਂ ਦੱਦੇ ਤੋਂ ਆ ਗਿਆ ਨਾ ਇੱਥੇ, ਦੱਦੇ ਦੋਸ ਨਾ ਦੇਉ ਕਿਸੇ ਦੋਸੁ ਕਰਮਾ ਆਪਿਆ। ਸੋ ਇਹੋ ਹੀ ਹੈਗਾ ਵਾ ਕਿ ਜਿਵੇਂ ਦੱਦਾ ਹੈਗਾ ਏ ਇਸ ਤਰ੍ਹਾਂ ਹਰ ਇੱਕ ਅੱਖਰ ਦੀ ਸ਼ੁਰੂਆਤ ਹੋਏਗੀ, ਜਿਵੇਂ ਸੱਸਾ ਇਸ ਤਰ੍ਹਾਂ ਕਰਕੇ ਫਿਰ ਸਟਾਰਟਿੰਗ ਜਿਹੜੀ ਹੈਗੀ ਉਹ ਸੱਸੇ ਤੋਂ ਸ਼ੁਰੂ ਹੋਏਗੀ। ਜਿਵੇਂ ਇੱਥੇ ਦੱਦਾ ਦੱਸਿਆ ਹੈ ਨਾ, ਪਹਿਲਾਂ ਜਿਹੜੀ ਤੁਕ ਸਾਨੂੰ ਮਿਲਦੀ ਹੈ ਉਹ ਸੱਸੇ ਤੋਂ ਹੀ ਸ਼ੁਰੂ ਹੁੰਦੀ ਹੈ। ਗੁਰਮੁਖੀ ਵਰਣਮਾਲਾ ਦੇ 35 ਅੱਖਰਾਂ ਦੀ ਤਰਤੀਬ ਅਧੀਨ ਆਦਿ ਗ੍ਰੰਥ 'ਚ ਪੱਟੀ ਨਾਂ ਦੀ ਇੱਕ ਹੋਰ ਬਾਣੀ ਵੀ ਹੈ ਜੋ ਗੁਰੂ ਅਮਰਦਾਸ ਜੀ ਦੀ ਰਚਨਾ ਨਾਲ ਇਸ ਬਾਣੀ ਹੈਗੀ ਹੈ ਵਿੱਚ ਲੰਡਿਆਂ ਦੀ ਮੁਹਾਰਨੀ ਵਾਲੇ ਢੰਗ ਨੂੰ ਅਪਣਾ ਕੇ ਪਾਂਧੇ ਨੂੰ ਉਪਦੇਸ਼ ਇਹਦੇ ਵਿੱਚ ਦਿੱਤਾ ਗਿਆ ਹੈ। ਇਸ ਕਾਵਿ ਰੂਪ ਦੀ
ਇੱਕ ਅਜਿਹੀ ਵੰਨਗੀ ਹੈ ਜਿਸ ਵਿੱਚ ਕਵਿਤਾ ਦੀਆਂ ਤੁਕਾਂ ਦਾ ਆਰੰਭ ਗੁਰਮੁਖੀ ਦੇ 35 ਅੱਖਰ ਕ੍ਰਮ ਅਨੁਸਾਰ ਹੁੰਦਾ ਹੈ। ਸੋ ਉਹਨਾਂ ਨੇ ਵੀ ਇਹ ਰੂਪ ਅਪਣਾਇਆ ਸੀ ਤੇ ਉਹਨਾਂ ਨੇ ਪਾਂਧੇ ਨੂੰ ਉਪਦੇਸ਼ ਇਸ ਦੇ ਵਿੱਚ ਦਿੱਤਾ ਗਿਆ ਹੈਗਾ ਵਾ, ਠੀਕ ਹੈ। ਸੋ ਇਹਦੇ ਵਿੱਚ ਜਿਵੇਂ ਉੱਠ ਜਾਗ ਦੇਸ਼ ਦੇ ਵੀਰ ਜਵਾਨ, ਅੱਜ ਕਰੀਏ ਦੇਸ਼ ਦੀ ਉੱਚੀ ਸ਼ਾਨ ਹੈ, ਇੰਜ ਸੁੱਤਾ ਰਿਹਾ ਜੇ ਤੂੰ ਇਨਸਾਨ ਸਾਡਾ ਦੇਸ਼ ਬਣੇਗਾ ਕਿੰਜ ਮਹਾਨ ਹੈ, ਸੰਭਾਲ ਅਜੇ ਵੀ ਕਦਰਦਾਨ ਕਰ ਦੇਸ਼ ਹਵਾਲੇ ਆਪਣੀ ਜਾਨ। ਹੁਣ ਇੱਥੇ ਤੁਸੀਂ ਦੇਖੋ, ਨੋਟ ਕਰੋ, ਇਹ ਊੜਾ ਹੈ, ਇਹ ਐੜਾ ਹੈ, ਇਹ ਈੜੀ ਹੈ, ਸੱਸਾ ਹੈ, ਹਾਹਾ ਹੈ, ਕੱਕਾ ਹੈ। ਇਸ ਤਰੀਕੇ ਨਾਲ ਅੱਗੇ ਜਾਣਗੀਆਂ 17। ਸੋ ਇੰਜ ਕਾਰ ਟੁਕੜੀ ਦੀ ਹਰ ਤੁਕ ਵਿੱਚ ਆਰੰਭਲਾ ਅੱਖਰ ਊੜਾ, ਐੜਾ, ਈੜੀ, ਸੱਸਾ, ਹਾਹਾ, ਕੱਕਾ ਅੱਖਰ ਕ੍ਰਮ ਅਨੁਸਾਰ ਆਏ ਨੇ। ਦਸਮ ਗ੍ਰੰਥ ਦੇ ਕ੍ਰਿਸ਼ਨ ਅਵਤਾਰ ਵਿੱਚ ਸਵਈਆ ਛੰਦ ਦੇ ਅੰਤ ਤੇ ਲਿਖੀ 35 ਅੱਖਰੀ ਇਸੇ ਕਾਵਿ ਰੂਪ ਦੇ ਇੱਕ ਹੋਰ ਵੰਨਗੀ ਹੈ। ਸੋ ਇੱਥੇ ਦਸਮ ਗ੍ਰੰਥ ਦੇ ਵਿੱਚ ਵੀ ਸਾਨੂੰ ਇਹ ਵਾਲੀ ਚੀਜ਼ ਮਿਲਦੀ ਹੈ। ਇਸ ਦੇ ਅੱਖਰ ਜਿਹੜੇ ਹੈਗੇ ਸੀ ਇਸ ਤਰੀਕੇ ਨਾਲ, ਕੋਤਕ ਏਕ ਵਿਚਾਰ ਜਰੂਪਤ, ਸੂਰਤ ਏਕ ਪਰੀਕ ਗਿਰੀ ਬਾਕੀ, ਹੋਏ ਰਹੇ ਵਿਸਮੈ ਸਭ ਗੋ, ਸੁਣੀ ਹਰ ਕੇ ਮੁਕਤੇ ਜਬ ਸਾਕੀ। ਬਾਕੀ ਇਸੇ ਤਰੀਕੇ ਨਾਲ 17 ਗੀਆਂ ਨੇ। ਸੋ ਇਹ ਹੈਗੀ ਸੀ ਸਾਡੇ ਕੋਲ ਪੱਟੀ ਕਾਵਿ ਰੂਪ। ਸੈਕਿੰਡ ਜਿਹੜਾ ਹੈਗਾ ਸਾਡੇ ਕੋਲ ਆਇੰਦਾ ਗਵਾ ਸਤਵਾਰਾ ਕੀ ਹੁੰਦਾ ਹੈ। ਪੰਜਾਬੀ ਵਿੱਚ ਇੱਕ ਪ੍ਰਸਿੱਧ ਕਾਵਿ ਰੂਪ ਹੈਗਾ ਸਾਡੇ ਕੋਲ ਸਤਵਾਰਾ। ਸੱਤਾਂ ਵਾਰਾਂ ਦਿਨਾਂ ਦੇ ਨਾਂ ਤੇ ਰਚੀ ਜਿਹੜੀ ਰਚਨਾ ਜਾਂ ਕਵਿਤਾ ਨੂੰ ਕੀ ਕਹਿੰਦੇ ਨੇ, ਸਤਵਾਰਾ ਕਹਿੰਦੇ ਨੇ। ਪੰਜਾਬੀ ਦੇ ਵਿੱਚ ਸਤਵਾਰਾ ਕਾਵਿ ਦੀ ਰਚਨਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਕਵਿਤਾ ਦਾ ਹਰ ਬੰਦ ਕ੍ਰਮਵਾਰ ਇੱਕ ਦਿਨ ਦੇ ਨਾਲ ਸ਼ੁਰੂ ਹੁੰਦਾ ਹੈ, ਯਾਨੀ ਕਿ ਪਹਿਲਾਂ ਸੋਮਵਾਰ ਫਿਰ ਮੰਗਲਵਾਰ। ਇਸ ਤਰ੍ਹਾਂ ਹਫ਼ਤੇ ਦੇ ਦਿਨਾਂ ਜਾਂ ਵਾਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਕਵਿਤਾ ਸਤਵਾਰਾ ਅਖਵਾਉਂਦੀ ਹੈ। ਪੰਜਾਬੀ ਦੀਆਂ ਮੌਖਿਕ ਤੇ ਲਿਖਤ ਦੋਹਾਂ ਕਾਵਿ ਪ੍ਰਣਾਲੀਆਂ ਵਿੱਚ ਸਤਵਾਰੇ ਦੀ ਪਰੰਪਰਾ ਬੜੀ ਹੀ ਕੀ ਗਈ ਹੈ, ਪੁਰਾਣੀ ਹੈ। ਵਿਕਾਸ ਕ੍ਰਮ 'ਚ ਸਤਵਾਰਾ 12ਵਾਂ ਦਾ ਪੂਰਵਵਰਤੀ ਪ੍ਰਤੀਤ ਹੁੰਦਾ ਹੈ। ਇਹ ਕਾਵਿ ਰੂਪ ਦੀ ਉਤਪਤੀ ਲੋਕ ਮਨ ਦੀ ਅਭਿਵਿਅਕਤੀ ਦੇ ਵਿੱਚੋਂ ਹੀ ਹੋਈ ਹੈ ਕਿ ਹਰ ਦਿਨ ਦੇ ਨਾਲ ਰਿਲੇਟਡ ਉਹਨਾਂ ਨੇ ਜਿਹੜੀ ਲੋਕ ਮਨ ਦੀ ਅਭਿਵਿਅਕਤੀ ਉਸੇ ਤਰੀਕੇ ਨਾਲ ਇਸ ਨੂੰ ਜੋੜ ਕੇ ਦਿਖਾਇਆ ਹੈ। ਹਫ਼ਤੇ ਦੇ ਦਿਨਾਂ ਨਾਲ ਚੰਗੀ ਮਾੜੀ ਭਾਵਨਾ ਜੁੜਨ ਦੀ ਪਰੰਪਰਾ ਵੀ ਪ੍ਰਾਚੀਨ ਹੈ, ਜਿਵੇਂ ਇਹ ਵਾਲਾ ਦਿਨ ਚੰਗਾ ਹੈ ਮਾੜਾ। ਆਰੰਭਲੇ ਪੜਾਅ ਤੇ ਇਹਨਾਂ ਸਤਵਾਰਿਆਂ ਦੇ ਵਿੱਚ ਲੋਕ ਧਰਾਈ ਸਮੱਗਰੀ ਨੂੰ ਹੀ ਪੇਸ਼ ਕੀਤਾ ਜਾਂਦਾ ਸੀ, ਜਿਵੇਂ ਆਮ ਨੋਰਮਲ ਜਿਹੜੀ ਸਾਡੇ ਲੋਕਤਾ ਨਾਲ ਸੰਬੰਧਿਤ। ਇਹਨਾਂ ਵਿੱਚ ਹਫ਼ਤੇ ਦੇ ਵੱਖ-ਵੱਖ ਵਾਰਾਂ ਨਾਲ ਜੁੜੇ ਭਰਮ ਚਰਿੱਤਰ ਨੂੰ ਹੀ ਬਿਆਨ ਕੀਤਾ ਜਾਂਦਾ ਸੀ, ਜੋ ਕਿ ਆਮ ਤੌਰ ਤੇ ਸਾਡੇ ਲੋਕ ਜੀਵਨ ਦਾ ਇੱਕ ਹਿੱਸਾ ਜਿਹੜਾ ਮੰਨੇ ਜਾਂਦੇ ਸੀ। ਨਾਲ ਹੀ ਲੋਕ ਮਨ ਹਫ਼ਤੇ ਦੇ ਦਿਨਾਂ ਦਾ ਵਿੱਚ ਆਧਾਰ ਬਣਾ ਕੇ ਕੁਝ ਰੋਕਾਂ ਵੀ ਲਾਉਂਦਾ ਰਿਹਾ ਹੈ। ਮਤਲਬ ਜਿਵੇਂ ਸਾਡੇ ਕੋਲ ਸਟਾਰਟਿੰਗ ਤੇ ਇਹ ਵਾਲਾ ਅਗਰ ਕਾਵਿ ਰੂਪ ਮਿਲਦਾ ਹੈਗਾ ਵਾ ਤੇ ਇਹ ਸਾਡੇ ਉਸ ਟਾਈਮ ਦੇ ਜਿਹੜੇ ਭਰਮ ਭੁਲੇਖੇ ਰੋਕਾਂ ਦੇ ਨਾਲ ਸੰਬੰਧਿਤ ਹੈਗਾ ਸੀ ਕਿ ਜਿਵੇਂ ਸੋਮਵਾਰ ਨਾ ਜਾਈ ਪਹਾੜ, ਜਿੱਤੀ ਬਾਜ਼ੀ ਆਵੇ ਹਾਰ, ਮੰਗਲਵਾਰ ਦੀ ਬੁੜੀ ਦਿਹਾੜ, ਸ਼ੁਰੂ ਕਾਮਨਾ ਚੜ੍ਹਦਾ ਪਰ। ਇਸੇ ਤਰੀਕੇ ਨਾਲ ਬੁੱਧਵਾਰ, ਵੀਰਵਾਰ, ਸ਼ੁੱਕਰਵਾਰ। ਸੋ ਇਹ ਜਿਹੜੇ ਹੈਗੇ ਸੀ ਰੋਕਾਂ ਮਨਾਹੀਆਂ ਦੇ ਨਾਲ ਇਹ ਵਾਲਾ ਟਾਈਮ ਜਿਹੜਾ ਹੈਗਾ ਸੀ ਉਸ ਸਮੇਂ ਜੁੜਿਆ ਹੈਗਾ ਸੀ। ਸਤਵਾਰਿਆਂ ਨਾਲ ਜੁੜੀ ਸਮੱਗਰੀ ਜੇ ਇੱਕ ਪਾਸੇ ਸੂਚਨਾਦਾਇਕ ਹੈ, ਮਤਲਬ ਸੂਚਨਾ ਦਿੰਦੀ ਹੈ, ਤਾਂ ਦੂਜੇ ਪਾਸੇ ਇਹਨਾਂ ਰਾਹੀਂ ਕੰਮ ਵਿੱਚ ਸਫਲਤਾ ਤੇ ਚੜ੍ਹਦੀ ਕਲਾ ਲਈ ਕੀ ਖਾਣਾ ਹੈ ਤੇ ਕੀ ਪਹਿਨਣਾ ਸ਼ੁਭ ਹੈ, ਇਸ ਦਾ ਵੀ ਬਿਆਨ ਸਾਨੂੰ ਇਸ ਦੇ ਵਿੱਚ ਮਿਲਦਾ ਹੈ। ਸੋ ਇਸ ਤਰੀਕੇ ਨਾਲ ਤੁਹਾਨੂੰ ਇਹ ਪੁੱਛ ਸਕਦੇ ਨੇ ਕਿ ਸਤਵਾਰਿਆਂ ਦੇ ਵਿੱਚ ਕੀ ਕੀ ਚੀਜ਼ਾਂ ਦੱਸੀਆਂ ਜਾਂਦੀਆਂ ਹੈਗੀਆਂ ਨੇ। 4 ਆਪਸ਼ਨ ਉਹਨਾਂ ਦੇ ਵਿੱਚ ਦੇ ਦਿੱਤੇ ਜਾਣਗੇ, ਤੁਸੀਂ ਚੂਜ਼ ਕਰ ਸਕਦੇ ਹੋ। ਜਿਵੇਂ ਬੁੱਧ ਸ਼ਨੀਚਰ ਕੱਪੜਾ ਤੇ ਗਹਿਣਾ ਐਤਵਾਰ, ਮੰਗਲਵਾਰ ਲੌਂਗ ਤੇ ਬੁੱਧਵਾਰ ਮਿੱਠਾ, ਵੀਰਵਾਰ ਲੱਸੀ, ਸ਼ੁੱਕਰਵਾਰ ਮੱਖਣ, ਸ਼ਨੀਚਰਵਾਰ ਲੂਣ ਤੇ ਐਤਵਾਰ ਪਾਨ ਖਾਣਾ ਕਲਿਆਣਕਾਰੀ ਹੈ। ਸੋ ਇਹੋ ਦੱਸਿਆ ਨਾ ਕਿ ਕੀ ਖਾਣਾ ਕੀ ਪਹਿਨਣਾ ਚਾਹੀਦਾ ਹੈਗਾ। ਲੋਕ ਮਾਨਸਿਕਤਾ ਕਹਿੰਦੇ ਲੰਮੇ ਅਨੁਭਵ ਵਿੱਚ ਕੁਝ ਸਿੱਟੇ ਕੱਢਦੀ ਗਈ ਹੈ। ਹਫ਼ਤੇ ਦੇ ਵਾਰਾਂ ਨਾਲ ਵਰਖਾ ਚਿੱਤਰ ਦਾ ਜੁੜੇ ਜਾਣਾ ਵੀ ਇੱਕ ਪ੍ਰਮਾਣ ਹੈ। ਵਿਗਿਆਨਕ ਸਾਧਨਾਂ ਦੀ ਅਣਹੋਂਦ ਵੇਲੇ ਤੋਂ ਹੀ ਵਰਖਾ ਹੋਣ ਜਾਂ ਨਾ ਹੋਣ ਉਸਦੇ ਚੰਗੇ ਮਾੜੇ ਪ੍ਰਭਾਵ ਹਫ਼ਤੇ ਦੇ ਦਿਨਾਂ ਨਾਲ ਜੋੜੇ ਲੋਕ ਸਿਆਣਪ ਦਾ ਹਿੱਸਾ ਬਣ ਰਹੇ ਹਨ। ਜਿਵੇਂ ਵੀਰਵਾਰ ਦੀ ਝੜੀ ਅੰਦਰ ਉਹ ਦੜੀ, ਪਤਾ ਹੀ ਹੈ ਤੁਹਾਨੂੰ ਜਦੋਂ ਵੀਰਵਾਰ ਦੀ ਝੜੀ ਲੱਗਦੀ ਹੈ ਤੇ 4-5 ਦਿਨ ਬਾਅਦ ਹੀ ਮੀਂਹ ਜਿਹੜਾ ਲੱਥਦਾ ਹੈਗਾ ਵਾ, ਜਦ ਤੱਕ ਫਿਰ ਕਈ ਦਿਨ ਪੈਂਦਾ ਹੈਗਾ ਵਾ। ਸ਼ੁੱਕਰਵਾਰ ਦੀ ਝੜੀ ਨਾ ਰਹੇ ਕੋਠਾ ਨਾ ਰਹੇ ਕੁੜੀ, ਸ਼ਨੀਚਰਵਾਰ ਦਾ ਮੀਂਹ ਬਾਰਿਸ਼ ਥੋੜੀ ਬਹੁਤਾ ਸੀ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਇਸ ਨੂੰ ਮੀਂਹ ਦੇ ਨਾਲ ਵੀ ਜੋੜਿਆ ਹੈਗਾ ਵਾ। ਸੋ ਇਹ ਸਤਵਾਰਾ ਦੇ ਬਾਰੇ ਦੱਸਿਆ ਕਿ ਸਾਨੂੰ ਸਤਵਾਰਾ ਦੇ ਵਿੱਚ ਕਿਸ ਤਰੀਕੇ ਦੇ ਸਤਵਾਰੇ ਮਿਲਦੇ ਗਏ। ਇੱਕ ਤਾਂ ਅਸੀਂ ਲੋਕਾਂ ਦੇ ਨਾਲ ਰਿਲੇਟਡ, ਇੱਕ ਵਰਖਾ ਦੇ ਨਾਲ ਰਿਲੇਟਡ, ਇੱਕ ਆਮ ਨੋਰਮਲ। ਹੁਣ ਦੇਖੋ ਸਮੇਂ ਨਾਲ ਸਤਵਾਰਾ ਕਾਵਿ ਮਨੋਤਾ ਦੇ ਨਾਲ
ਬਹਿਰਾਂ ਦੀਆਂ ਸਾਂਗਾਂ ਤੇ ਪ੍ਰੀਤਮ ਨੂੰ ਮਿਲਣ ਦੀਆਂ ਤਾਂਘਾਂ ਦੁਆਲੇ ਵੀ ਕੇਂਦਰਿਤ ਹੁੰਦਾ ਹੈ। ਜਿਵੇਂ ਅਸੀਂ ਜਿਹੜਾ ਜ਼ਿਆਦਾ ਪੜ੍ਹਦੇ ਗਏ ਅਸੀਂ ਇਸ ਦੇ ਨਾਲ ਹੀ ਰਿਲੇਟਡ ਪੜ੍ਹਦੇ ਹਾਂ। ਹਫ਼ਤੇ ਦੇ ਹਰ ਦਿਨ ਦੀ ਵੇਦਨਾ ਤੇ ਬਹਿਰਾਂ ਦੇ ਜੋ ਭਾਵ ਪ੍ਰੇਮਿਕਾ ਦੇ ਦਿਲ ਵਿੱਚ ਉੱਠਦੇ ਰਹੇ ਉਹੀ ਭਾਵ ਵੱਖਰੇ ਵੱਖਰੇ ਬੰਦ ਵਿੱਚ ਅੰਕਿਤ ਕੀਤੇ ਜਾਣ ਲੱਗ ਪਏ। ਕਰਨੈਲ ਸਿੰਘ ਥਿੰਦ ਅਨੁਸਾਰ ਪ੍ਰੇਮ ਵੇਦਨਾ ਵਿੱਚ ਮਾਹੀ ਦੀ ਉਡੀਕ ਬੇਸਬਰੀ ਪੈਦਾ ਕਰਦੀ ਹੈ ਤਾਂ ਉਡੀਕਵਾਨ ਆਤਮਾ ਗਿਣ ਗਿਣ ਕੇ ਦਿਨ ਕੱਟਣ ਉੱਤੇ ਆਉਂਦੀ ਹੈ। ਇਹ ਭਾਵਨਾ ਇਸ ਪਿੱਛੇ ਜਿਹੜੀ ਪ੍ਰਤੀਤ ਹੁੰਦੀ ਹੈ। ਮੱਧਕਾਲ ਵਿੱਚ ਸਤਵਾਰੇ ਦਾ ਰੂਪ ਜਿਹੜਾ ਹੈਗਾ ਸੀ ਸਾਡੇ ਕੋਲ ਜ਼ਿਆਦਾ ਨਿਖਰਿਆ ਵਧੇਰੇ ਪ੍ਰਤੀਤ ਹੁੰਦਾ ਹੈ। ਇਹ ਕਾਵ ਰੂਪ ਇੰਨਾ ਹਰਮਨ ਪਿਆਰਾ ਹੋ ਗਿਆ ਕਿ ਵਿਸ਼ਿਸ਼ਟ ਕਾਵ ਨੇ ਵੀ ਇਸ ਨੂੰ ਕੀ ਹੈਗਾ ਸੀ ਅਪਣਾ ਲਿਆ ਹੈ। ਸੰਤ ਗੁਰਮਤ ਸੂਫੀ ਕਾਵ ਵਿੱਚ ਸਤਵਾਰਾ ਆਤਮ ਪ੍ਰਗਟਾ ਦਾ ਮਾਧਿਅਮ ਬਣ ਗਿਆ। ਕਬੀਰ ਜੀ ਨੇ ਗੌੜੀ ਰਾਗ ਵਿੱਚ ਸਤਵਾਰਾ ਲਿਖਿਆ। ਗੁਰੂ ਅਮਰਦਾਸ ਜੀ ਨੇ ਵਾਰਸਤ ਨਾਦ ਹੇਠ ਇੱਕ ਸਤਵਾਰਾ ਰਾਗ ਬਿਲਾਵਲ ਦੇ ਵਿੱਚ ਲਿਖਿਆ ਜੋ ਆਦਿ ਗ੍ਰੰਥ ਦੇ ਵਿੱਚ ਸ਼ਾਮਲ ਹੈ। ਜਿਵੇਂ ਸੋਮਵਾਰ ਸੱਚ ਰਿਹਾ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਆਖ ਆਖ ਰਹੇ ਲਿਵਲਾਏ ਜਿਸ ਦੇਵੇ ਤਿਸ ਪੱਲੇ ਪਾਏ ਅਗਮ ਅਗੋਚਰ ਲਿਖਿਆ ਨਾ ਜਾਏ ਗੁਰ ਕੇ ਸ਼ਬਦ ਹਰ ਰਿਹਾ ਸਮਾਏ। ਅੱਗੇ ਦੇਖੋ ਇਹਨਾਂ ਸਤਵਾਰਿਆਂ 'ਚ ਹਫ਼ਤੇ ਦੇ ਵਾਰਾਂ ਵਾਂਗ ਸੰਬੰਧਿਤ ਮਨੌਤਾਂ ਤੇ ਮਾੜੇ ਚੰਗੇ ਚਰਿੱਤਰ ਦਾ ਖੰਡਨ ਕਰਕੇ ਨਵੇਂ ਸੰਕਲਪ ਰੂਪਮਾਨ ਕੀਤੇ ਗਏ। ਜਿਵੇਂ ਪਹਿਲਾ ਜਿਹੜਾ ਹੈਗਾ ਸੀ ਜੋ ਅੱਗੇ ਸਤਵਾਰਾ ਚੱਲਦਾ ਗਿਆ ਇਹ ਹੈਗਾ ਵਾ ਇਸ ਦੇ ਵਿੱਚ ਥੋੜੇ ਚੇਂਜ ਆਉਂਦੇ ਨੇ ਤੇ ਲਾਸਟ ਤੇ ਅਸੀਂ ਜਿਹੜਾ ਪੜ੍ਹਦੇ ਗਏ ਆਮ ਹੁਣ ਬਹਿਰਾਂ ਵਾਲੇ ਤੋਂ ਉਸ ਦੇ ਨਾਲ ਹੀ ਜ਼ਿਆਦਾ ਰਿਲੇਟਡ ਹੋ ਗਿਆ। ਕਬੀਰ ਜੀ ਤੇ ਗੁਰੂ ਅਮਰਦਾਸ ਜੀ ਨੇ ਆਪਣੇ ਸਤਵਾਰਿਆਂ ਰਾਹੀਂ ਮਨੁੱਖ ਨੂੰ ਵਹਿਮਾਂ ਭਰਮਾਂ ਤੋਂ ਉੱਪਰ ਉੱਠ ਕੇ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੱਤੀ ਹੈ। ਸਤਵਾਰੇ ਵਿੱਚ ਕਵੀ ਜਦੋਂ ਸ਼ੁਰੂ ਵਾਲੇ ਵਾਰ ਨੂੰ ਅਖੀਰ ਵਿੱਚ ਦੁਹਰਾ ਕੇ ਬੰਦ ਮੁਕਾਵੇ ਤਾਂ ਉਹ ਕਾਵਿ ਰੂਪ ਅਠਵਾਰਾ ਬਣ ਜਾਂਦਾ ਹੈ। ਮਤਲਬ ਜਿੱਥੋਂ ਉਹਨੇ ਸਟਾਰਟ ਕੀਤਾ ਹੈਗਾ ਹੈ ਜੇਕਰ ਉਸੇ ਨੂੰ ਕੰਟੀਨਿਊਸ ਕਰਕੇ ਐਂਡ ਤੇ ਬੰਦ ਉਸ ਦੇ ਨਾਲ ਕਰੇ ਉਹ ਅਠਵਾਰਾ ਸਾਡੇ ਕੋਲ ਹੋ ਜਾਂਦਾ ਹੈ। ਠੀਕ ਹੈ, ਸਤਵਾਰਾ ਤੇ ਅਠਵਾਰਾ ਜਿਵੇਂ ਸਭ ਹਫ਼ਤੇ ਦੇ 7 ਦਿਨ ਤੇ ਅਠਵਾਰਾ ਦੇ ਵਿੱਚ ਉਹ ਜਿੱਥੋਂ ਸਟਾਰਟ ਕੀਤਾ ਅਗਰ ਉਸ ਦੇ ਨਾਲ ਹੀ ਉਹ ਮੁਕਾਵੇ ਜਿਵੇਂ ਸੋਮਵਾਰ ਤੋਂ ਉਹਨੇ ਸ਼ੁਰੂ ਕੀਤਾ ਸੋਮਵਾਰ ਨਾਲ ਹੀ ਖਤਮ ਕਰੇ ਤਾਂ ਉਹ ਅਠਵਾਰਾ ਦੇ ਰੂਪ ਚ ਆ ਜਾਏਗਾ। ਇਹ ਹੈਗਾ ਸਤਵਾਰਾ ਤੇ ਅਠਵਾਰਾ। ਜ਼ਿਆਦਾ ਇਹ ਵੀ ਮੈਂ ਅੱਗੋਂ ਕਰਵਾ ਦਾਂਗੀ। ਕਹਿੰਦੇ ਬੁੱਲੇ ਸ਼ਾਹ ਨੇ ਅਠਵਾਰਾ ਵੀ ਲਿਖਿਆ ਹੈ ਜਿਸ ਰਾਹੀਂ ਲੋਕ ਸਤਵਾਰਿਆਂ ਦੀ ਪ੍ਰੇਮ ਪਰੰਪਰਾ ਨੂੰ ਸੂਫੀ ਰੰਗ ਦੇ ਵਿੱਚ ਇਹਨਾਂ ਨੇ ਦਰਜਿਆ ਹੈ। ਜਿਵੇਂ ਸ਼ਨਿਚਰਵਾਰ ਉਤਾਵਲੇ ਦੇਖਣ ਸੱਜਣ ਦੀ ਸੀ ਅਸਾਂ ਮੁੜ ਘਰ ਫੇਰ ਨ ਆਵਣਾ ਜੇ ਹੋਏ ਸੋ ਹੋ ਵਾਹ ਵਾਹ ਸ਼ਨਿਚਰਵਾਰ ਵਹੀਲੇ ਦੁੱਖ ਸੱਜਣ ਦੇ ਮੈਂ ਦਿਲ ਪੀਲੇ ਸੋ ਓਨ। ਅੱਗੇ ਹੁਣ ਦੇਖੋ ਇਹ ਕਹਿੰਦੇ 12ਵਾਂ ਵਾਂਗ ਸਤਵਾਰੇ ਦੇ ਰਚੇਤਾ ਵੀ ਬੰਤਰ ਦੇ ਰੂਪ ਵਿਧਾਨ ਵਿੱਚ ਹਮੇਸ਼ਾ ਖੁੱਲ੍ਹ ਲੈਂਦੇ ਰਹੇ ਨੇ। ਹਫ਼ਤੇ ਦੇ ਜਿਸ ਦਿਨ ਤੋਂ ਕਵੀ ਦਾ ਮਨ ਹੋਵੇ ਆਪਣੀ ਰਚਨਾ ਜਿਹੜੀ ਸ਼ੁਰੂ ਕਰ ਲੈਂਦਾ ਹੈ ਤੇ ਦਿਨਾਂ ਦੀ ਗਿਣਤੀ ਤੇ ਕ੍ਰਮ ਠੀਕ ਰੱਖਦਿਆਂ ਰਚਨਾ ਸੰਪੂਰਨ ਕਰਦਾ ਹੈ। ਵਧੇਰੇਤਰ ਕਵੀਆਂ ਨੇ ਸਤਵਾਰਾ ਜਾਂ ਅਠਵਾਰਾ ਐਤਵਾਰ ਤੋਂ ਲਿਖਣਾ ਸ਼ੁਰੂ ਕੀਤਾ ਸੀ ਪਰ ਮੁਸਲਮਾਨ ਕਵੀ ਇਸ ਨੂੰ ਸ਼ਨਿਚਰਵਾਰ ਤੋਂ ਸ਼ੁਰੂ ਕਰਦੇ ਨੇ। ਸਤਵਾਰਾ ਲੋਕ ਕਾਵ ਰੂਪ ਵਜੋਂ ਅੱਜ ਵੀ ਗਾਇਆ ਜਾਂਦਾ ਹੈ ਪਰ ਵਿਸ਼ਿਸ਼ਟ ਕਾਵ ਦੇ ਨਵੀਨ ਰੂਪਾਂ ਵਿੱਚ ਇਸ ਰੂਪ ਨੂੰ ਕੋਈ ਥਾਂ ਨਹੀਂ ਹੈ ਪਰ ਕੀ ਇਸ ਦੀ ਮਹੱਤਤਾ ਜ਼ਰੂਰ ਰਹੀ ਹੈ। ਨੈਕਸਟ ਹੈਗਾ ਸਾਡੇ ਕੋਲ 52 ਅੱਖਰੀ ਕੀ ਹੈਗੇ ਆ। ਕਹਿੰਦੇ 52 ਦਾ ਅਰਥ ਹੈਗਾ 52। ਦੇਵਨਾਗਰੀ ਲਿਪੀ ਦੇ 52 ਵਰਣ ਜਾਂ ਅੱਖਰ ਹਨ। 52 ਅੱਖਰੀ ਇੱਕ ਵਿਸ਼ੇਸ਼ ਕਾਵਿ ਸੰਰਚਨਾ ਹੈ ਜਿਸ ਨੂੰ ਦੇਵਨਾਗਰੀ ਵਰਣਮਾਲਾ ਦੇ 52 ਵਰਣਾਂ ਵਿੱਚੋਂ ਹਰ ਇੱਕ ਨੂੰ ਵਾਰੀ-ਵਾਰੀ ਲੈ ਕੇ ਕਾਵਿ ਦੀ ਰਚਨਾ ਕਰਕੇ ਇਹਨਾਂ ਨੂੰ ਇੱਕ ਲੰਮੇ ਪ੍ਰਬੰਧ ਵਿੱਚ ਬੰਨ੍ਹ ਦਿੱਤਾ ਗਿਆ ਹੈ। ਉਸੇ ਤਰੀਕੇ ਨਾਲ ਕਿ ਜਿੰਨੇ 52 ਅੱਖਰ ਹੈਗੇ ਨੇ ਉਹਨਾਂ ਸਾਰਿਆਂ ਨੂੰ ਵਾਰੋ-ਵਾਰੀ ਸਿਰ ਕੀ ਵਾ ਯੂਜ਼ ਕਰਨਾ ਕਾਵਿ ਦੇ ਵਿੱਚ। ਇਸ ਪ੍ਰਬੰਧ ਵਿੱਚ ਛੰਦ ਤੇ ਬੰਦ ਦੋਹਾਂ ਦਾ ਪਹਿਲਾ ਵਚਨ ਇੱਕੋ ਹੁੰਦਾ ਹੈ। ਉਦਾਹਰਨ ਲਈ ਇੱਕ ਬੰਦ ਦੀ ਆਰੰਭਿਕ ਤੁਕ ਇਹ ਹੈ ਧੱਦਾ ਧਾਵਤ ਤੋਂ ਮਿਟੇ ਸੰਤ ਸੰਗ ਹੋਏ ਖਾਸ। ਹੁਣ ਦੇਖੋ ਕਹਿੰਦੇ ਇਸ ਵਿੱਚ ਬੰਦ ਤੇ ਛੰਦ ਦੋਹਾਂ ਵਿੱਚ ਪਹਿਲਾ ਵਚਨ ਕੀ ਹੈਗਾ ਵਾ ਧੱਦਾ ਯਾਨੀ ਕਿ ਬੰਦ ਜਿਹੜਾ ਹੈਗਾ ਵਾ ਉਸਦਾ ਸਟਾਰਟਿੰਗ ਵੀ ਧੱਦਾ ਹੈਗਾ ਵਾ ਤੇ ਛੰਦ ਦੇ ਵਿੱਚ ਵੀ ਧੱਦਾ ਹੀ ਆਏਗਾ। 52 ਅੱਖਰੀ ਦੀ ਪਰੰਪਰਾ ਦਾ ਇੱਕ ਸਿਰਾ ਸਾਨੂੰ ਸਿਰਫੀ ਦੇ ਨਾਲ ਜੁੜਦਾ ਹੈ ਤੇ ਦੂਜਾ ਸਿਰਾ ਮਿਲਦਾ ਹੈਗਾ ਵਾ ਇਸਦਾ ਪੱਟੀ ਦੇ ਨਾਲ। ਗੁਰੂ ਗ੍ਰੰਥ ਸਾਹਿਬ ਵਿੱਚ 52 ਅੱਖਰੀ ਸਿਰਲੇਖ ਵਾਲੀਆਂ ਸਾਡੇ ਕੋਲ 2 ਰਚਨਾਵਾਂ ਮਿਲਦੀਆਂ ਹੈਗੀਆਂ ਨੇ। ਇਸ ਇੱਕ ਦੇ ਰਚੇਤਾ ਭਗਤ ਕਬੀਰ ਤੇ ਦੂਜੇ ਗੁਰੂ ਅਰਜਨ ਦੇਵ ਜੀ ਹਨ। ਇਹ ਰਚਨਾਵਾਂ ਗੌੜੀ ਰਾਗ ਵਿੱਚ ਨੇ। ਭਾਵੇਂ ਇਹ ਹਿੰਦੀ ਦੇਵਨਾਗਰੀ ਵਰਣਮਾਲਾ ਤੇ ਆਧਾਰਿਤ ਨੇ ਪਰੰਤੂ ਇਹ ਪੰਜਾਬੀ ਰਚਨਾਵਾਂ ਹਨ। ਕਬੀਰ ਜੀ ਦੀ 52 ਅੱਖਰੀ ਵਿੱਚ 45 ਬੰਦ ਹੈਗੇ ਨੇ ਤੇ ਇਸ ਦਾ ਦੇਵਨਾਗਰੀ ਵਰਣਮਾਲਾ ਦੇ ਸਾਰੇ ਵਚਨਾਂ ਦਾ ਵਰਤੋਂ ਇਹਨਾਂ ਰਚਨਾਵਾਂ ਵਿੱਚ ਇੱਕ ਕਠੋਰ ਨੇਮ ਨਹੀਂ ਬਣਦੀ। ਮਤਲਬ ਜਿਵੇਂ ਉਹਨਾਂ ਨੇ ਜ਼ਿਆਦਾ ਜਿਹੜੇ ਹੈਗੇ ਸੀ ਸਾਰਿਆਂ ਨੂੰ ਯੂਜ਼ ਉਹਨਾਂ ਨੇ ਨਹੀਂ ਕੀਤੇ ਸੀ। ਦੋਵਾਂ ਦੀਆਂ ਰਚਨਾਵਾਂ ਵਿੱਚ ਦੇਵਨਾਗਰੀ ਵਰਣਮਾਲਾ ਦੀ ਅਜੋਕੀ ਤਰਤੀਬ ਨੂੰ ਵੀ ਨਹੀਂ ਅਪਣਾਇਆ ਗਿਆ। ਜਿਵੇਂ ਜਿਸ ਤਰੀਕੇ ਨਾਲ
ਦੇਵਨਾਗਰੀ ਵਰਣਮਾਲਾ ਹੈਗੀ ਆ ਐਜ਼ ਇਟ ਇਜ਼ ਉਹਨਾਂ ਨੇ ਇਸ ਨੂੰ ਯੂਜ਼ ਨਹੀਂ ਕੀਤਾ ਸੀ। ਕੀਤਾ ਜ਼ਰੂਰ ਸੀ, ਪੰਜਾਬੀ ਰੰਗਤ ਉਹਨਾਂ ਨੇ ਜ਼ਰੂਰ ਦਿੱਤੀ ਸੀ, ਪਰ ਉਸ ਤਰੀਕੇ ਦੇ ਨਾਲ ਨਹੀਂ। ਮੋਟੇ ਰੂਪ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਰਚਨਾਵਾਂ ਦਾ ਸੰਰਚਨਾਤਮਕ ਪ੍ਰਬੰਧ ਦੇਵਨਾਗਰੀ ਵਰਣਮਾਲਾ ਦੇ ਆਧਾਰ ਦੇ ਉੱਤੇ ਹੀ ਖੜਾ ਹੈਗਾ ਵਾ। ਦੋਹਾਂ ਰਚਨਾਵਾਂ ਨੂੰ ਰਾਗ ਵਿੱਚ ਦਰਜ ਕਰਕੇ ਪ੍ਰਗੀਤ ਵਜੋਂ ਇੱਕ ਉਸਾਰਿਆ ਗਿਆ ਹੈ। ਦੋਵੇਂ ਪਾਵਨ ਅੱਖਰੀਆਂ ਗੰਭੀਰ ਦਾਰਸ਼ਨਿਕ ਅਧਿਆਤਮਕ ਵਿਚਾਰਾਂ ਨੂੰ ਪੇਸ਼ ਕਰਦੀਆਂ ਨੇ। ਕਬੀਰ ਤੇ ਗੁਰੂ ਅਰਜਨ ਦੇਵ ਜਿਹੜੇ ਹੈਗੇ ਨੇ ਦੋਹਾਂ ਨੇ ਜਨ ਸਧਾਰਨ ਦੇ ਆਪਣੀ ਪਰੰਪਰਾ ਪ੍ਰਤੀ ਸੋਹਜ ਮੋਹ ਤੇ ਪਰੰਪਰਾ ਦੀ ਆਮ ਆਦਮੀ ਉੱਤੇ ਸਹਿਜ ਪਕੜ ਦਾ ਲਾਭ ਉਠਾਉਣ ਲਈ 52 ਅੱਖਰੀ ਕਾਵਿ ਰੂਪ ਦਾ ਪ੍ਰਯੋਗ ਕੀਤਾ ਸੀ। ਸੋ ਇਹਨਾਂ ਨੇ 52 ਅੱਖਰੀ ਯੂਜ਼ ਕੀਤੀ ਸੀ। ਹਿੰਦੀ ਵਾਲਾ ਹੈਗਾ ਸੀ, ਰੰਗਤ ਪੰਜਾਬੀ ਦਿੱਤੀ ਸੀ, ਪਰ ਪੂਰੇ ਤਰੀਕੇ ਦੇ ਨਾਲ ਉਹਦੇ ਉੱਤੇ ਇਹ ਟਿਕਦੀ ਨਹੀਂ ਸੀ। ਮਤਲਬ ਥੋੜਾ ਜਿਹਾ ਉਰਸ ਵਾਲਾ ਇੱਕ ਮੁਹਾਂਦਰਾ ਜ਼ਰੂਰ ਹੈਗਾ ਸੀ, ਖੜੀ ਹਾਂ ਜ਼ਰੂਰ ਉੱਥੇ ਹੀ ਹੈਗੀ ਸੀ 52 ਅੱਖਰੀ ਵਾਲੇ ਰੂਪ ਦੇ ਉੱਤੇ ਹੀ। ਇਸ ਤਰੀਕੇ ਤੋਂ ਇਲਾਵਾ ਇਹਨਾਂ ਨੇ ਇਸ ਦੇ ਵਿੱਚ ਦਾਰਸ਼ਨਿਕ ਅਧਿਆਤਮਕ ਵਿਚਾਰਾਂ ਨੂੰ ਪੇਸ਼ ਕੀਤਾ ਸੀ। ਨਾਲ ਦੇ ਨਾਲ ਇਹਨਾਂ ਨੇ ਜਨ ਸਧਾਰਨ ਦੇ ਆਪਣੀ ਪਰੰਪਰਾ ਪ੍ਰਤੀ ਸਹਿਜ ਮੋਹ ਤੇ ਇਸ ਪਰੰਪਰਾ ਦੀ ਆਮ ਆਦਮੀ ਉੱਤੇ ਸਹਿਜ ਪਕੜ ਦਾ ਲਾਭ ਜਿਹੜਾ ਹੈਗਾ ਸੀ, ਯਾਨੀ ਕਿ ਨਾਰਮਲ ਇਸ ਦੇ ਵਿੱਚ ਜਨ ਸਧਾਰਨ ਨੂੰ ਹੀ ਇੱਕ ਆਧਾਰ ਬਣਾਇਆ ਗਿਆ ਸੀ। 52 ਅੱਖਰੀ ਦੇ ਰੂਪ ਵਿੱਚ ਪੇਸ਼ ਉਕਤ ਰਚਨਾਵਾਂ ਆਕਾਰ 'ਚ ਲੰਬੀਆਂ ਹੋਣ ਦੇ ਬਾਵਜੂਦ ਇੱਕ ਨਿਸ਼ਚਿਤ ਬਿਰਤਾਂਤ ਨੂੰ ਉਸਾਰਨ ਜਾਂ ਕਿਸੇ ਇੱਕ ਦ੍ਰਿਸ਼ ਨੂੰ ਵਰਣਨ ਕਰਨ ਵੱਲ ਰੁਚਿਤ ਨਹੀਂ ਹਨ। ਇਹ ਤਾਂ ਅੱਗੋਂ ਛੋਟੇ ਛੋਟੇ ਬੰਦਾਂ ਵਿੱਚ ਟੁੱਟ ਕੇ ਰਚਨਾਕਾਰਾਂ ਦੇ ਮਨ 'ਚ ਉਤਰੇ ਗੰਭੀਰ ਦਾਰਸ਼ਨਿਕ ਸੱਚ ਨੂੰ ਪੇਸ਼ ਕਰਨ ਵੱਲ ਰੁਚਿਤ ਨਹੀਂ। ਮਤਲਬ ਇਹ ਨਹੀਂ ਹੈਗਾ ਕਿ ਇੱਕੋ ਚੀਜ਼ ਨੂੰ ਲੈ ਕੇ ਇਹ ਬਿਰਤਾਂਤ ਪੇਸ਼ ਕਰਦੇ ਹੈਗੇ ਨੇ ਲੰਬੀਆਂ ਨਹੀਂ, ਇਹ ਅੱਗੇ ਜਾ ਕੇ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਟੁੱਟ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਗੰਭੀਰ ਸੱਚ ਨੂੰ ਪੇਸ਼ ਕਰਦੀਆਂ ਨੇ। ਇਸ ਸੱਚ ਦੀ ਪੇਸ਼ਕਾਰੀ ਸਮੇਂ ਇਹਨਾਂ ਸਰੋਤਾਂ ਦੀ ਹਾਜ਼ਰੀ ਜਾਂ ਗੈਰ ਹਾਜ਼ਰੀ ਤੋਂ ਬੇਖਬਰ ਵਿਚਰਦੀਆਂ ਹਨ। ਇਹ ਅਡੋਲ ਬਿਰਤੀ 52 ਅੱਖਰੀ ਨੂੰ ਸ਼ਾਸਤਰੀ ਰੂਪ ਵਿੱਚ ਪ੍ਰਗੀਤ ਕਾਵਿ ਦੀ ਇੱਕ ਵੰਨਗੀ ਵਜੋਂ ਸਥਾਪਿਤ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹਿੰਦੀ ਸਾਹਿਤ ਵਿੱਚ ਵੀ 52 ਅੱਖਰੀ ਦੀ ਰਚਨਾ ਹੋਈ। ਇਹਨਾਂ ਸਾਰੀਆਂ ਰਚਨਾਵਾਂ ਦਾ ਵਿਸ਼ਾ ਮੁੱਖ ਰੂਪ ਵਿੱਚ ਉਪਦੇਸ਼ਾਤਮਿਕ ਹੈ, ਯਾਨੀ ਕਿ ਉਪਦੇਸ਼ ਹੀ ਇਸ ਦੇ ਵਿੱਚ ਦਿੱਤੇ ਹੋਏ ਨੇ। ਲਿਪੀ ਤੇ ਭਾਸ਼ਾ ਪੱਖੋਂ ਗੁਰੂ ਅਰਜਨ ਦੇਵ ਜੀ ਤੇ ਭਗਤ ਕਬੀਰ ਜੀ ਦੀ 52 ਅੱਖਰੀ ਦਾ ਤੁਲਨਾਤਮਕ ਅਧਿਐਨ ਸਪਸ਼ਟ ਕਰਦਾ ਹੈ ਕਿ ਕਬੀਰ ਨਾਲੋਂ ਗੁਰੂ ਅਰਜਨ ਦੇਵ ਜੀ ਦੀ ਰਚਨਾ ਵਰਨਾ ਦੀ ਗਿਣਤੀ, ਤਰਤੀਬ ਤੇ ਸ਼ਾਸਤਰੀ ਨੇਮ ਵਿਧਾਨ ਪੱਖੋਂ 52 ਅੱਖਰੀ ਦੀ ਰੂਹ ਦੇ ਵਧੇਰੇ ਨੇੜੇ ਹੈ। ਸੋ ਇਹ ਵੀ ਆ ਜਾਂਦਾ ਹੈਗਾ ਕਿ ਕਿੰਨਾ ਦੀ ਜ਼ਿਆਦਾ ਬੈਟਰ ਹੈਗੀ ਆ, ਸੋ ਗੁਰੂ ਅਰਜਨ ਦੇਵ ਜੀ ਦੀ ਜ਼ਿਆਦਾ ਉਸਦੇ ਕਰੀਬ ਹੈ। ਜਿਵੇਂ ਕਬੀਰ ਜੀ ਨੇ ਤਾਂ ਤੱਤੇ ਦਾ ਪ੍ਰਯੋਗ ਨਹੀਂ ਕੀਤਾ, ਪਰ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਕਬੀਰ ਜੀ ਦੀ ਰਚਨਾ ਦੇ 45 ਬੰਦ ਹੈਗੇ ਨੇ, ਇਸ ਵਿੱਚ ਸੰਪੂਰਨ ਵਰਣਮਾਲਾ ਦੀ ਵਰਤੋਂ ਨਹੀਂ ਮਿਲਦੀ। ਵਰਨਾਂ ਦਾ ਦੁਹਰਾਅ ਦੇਵਨਾਗਰੀ ਲਿਪੀ ਦੇ ਸਵਰਾਂ ਤੇ ਵਿਅੰਜਨਾਂ ਦੇ ਬਦਲਵੇਂ ਉਚਾਰਨ ਅਤੇ ਪੰਜਾਬੀ ਨਾਲੋਂ ਵੱਖਰੀਆਂ ਧੁਨੀਆਂ ਵੱਲ ਸੰਕੇਤ ਵੀ ਇਹ ਕਰਦਾ ਹੈ। ਭਾਸ਼ਾ ਵਿਗਿਆਨੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹਨਾਂ 52 ਅੱਖਰੀਆਂ ਦੇ ਗੰਭੀਰ ਅਧਿਐਨ ਤੋਂ ਗੁਰਮੁਖੀ ਤੇ ਦੇਵਨਾਗਰੀ ਵਰਣਮਾਲਾ ਬਾਰੇ ਕਈ ਮਹੱਤਵਪੂਰਨ ਨਿਸ਼ਚੇ ਪ੍ਰਾਪਤ ਕਰ ਸਕਦੇ ਨੇ। ਮਤਲਬ ਜਿਵੇਂ ਕਹਿ ਸਕਦੇ ਨਾ ਕਾਫੀ ਜ਼ਿਆਦਾ, ਕਿਉਂਕਿ ਇੱਕ ਤਾਂ ਭਾਸ਼ਾ ਵਿਗਿਆਨ ਦੇ ਜਿਹੜੀ ਹੈਗੀ ਆ ਇੱਕ ਕਾਫੀ ਯੂਜ਼ਫੁਲ ਹੈਗਾ ਵਾ, ਕਿਉਂਕਿ ਇੱਕ ਹਿੰਦੀ ਹੈਗੀ ਇੱਕ ਉਹਨਾਂ ਨੇ ਪੰਜਾਬੀ 'ਚ ਇਹਦਾ ਰੂਪਾਂਤਰਨ ਇੱਕ ਤਰੀਕੇ ਨਾਲ ਕੀਤਾ ਹੈਗਾ ਵਾ। ਸੋ ਦੋਹਾਂ ਦਾ ਇਹਨਾਂ ਦੇ ਵਿੱਚ ਵੇਖਣਾ ਗੁਰਮੁਖੀ ਤੇ ਦੇਵਨਾਗਰੀ, ਸੋ ਇਹਨਾਂ ਵਾਸਤੇ ਕਾਫੀ ਇੱਕ ਵਧੀਆ ਇੱਕ ਕੰਮ ਜਿਹੜਾ ਹੈਗਾ ਵਾ ਗਿਣਿਆ ਜਾ ਸਕਦਾ ਹੈਗਾ ਵਾ। ਨੈਕਸਟ ਆਇੰਦਾ ਹੈਗਾ ਵਾ ਸਾਡੇ ਕੋਲ ਸੀ ਹਰਫੀ, ਯਾਨੀ ਕਿ ਸੀ ਦਾ ਅਰਥ ਹੈਗਾ ਇੱਥੇ 30 ਤੇ ਹਰਫ ਦਾ ਹੈਗਾ ਇੱਥੇ ਅੱਖਰ, ਯਾਨੀ ਕਿ ਸੀਰਫੀ ਫਾਰਸੀ ਤੋਂ ਉਰਦੂ ਦੇ ਜ਼ਰੀਏ ਪੰਜਾਬੀ 'ਚ ਆਇਆ ਇੱਕ ਕਾਵਿ ਰੂਪਾਕਾਰ ਹੈ, ਜਿਸ ਵਿੱਚ ਫਾਰਸੀ ਦੀ ਵਰਣਮਾਲਾ ਦੇ ਇਕੱਲੇ ਹਰਫ ਯਾਨੀ ਕਿ ਅੱਖਰ ਨੂੰ ਲੈ ਕੇ ਕ੍ਰਮਵਾਰ ਬੰਦ ਰਚੇ ਜਾਂਦੇ ਨੇ। ਉਰਦੂ ਵੀ ਇਸੇ ਵਰਣਮਾਲਾ ਨਾਲ ਲਿਖਿਆ ਜਾਂਦਾ ਹੈ। ਇਸ ਵਰਣਮਾਲਾ ਵਿੱਚ ਅਲਫ ਤੋਂ ਯੇ ਤੱਕ ਇੱਕ ਹਰਫ ਨਾਲ ਸ਼ੁਰੂ ਕਰਕੇ, ਇਹ ਉਹਨਾਂ ਦੇ ਅੱਖਰ ਹੈਗੇ ਨੇ ਜਿਹੜੇ ਉਹ ਲਿਖਦੇ ਬੋਲਦੇ ਨੇ, ਅਲਫ ਤੋਂ ਯੇ ਤੱਕ ਹਰ ਇੱਕ ਅੱਖਰ ਨਾਲ ਸ਼ੁਰੂ ਕਰਕੇ ਇੱਕ ਕਾਵਿ ਇਸ ਦਾ ਲਿਖਿਆ ਜਾਂਦਾ ਹੈ। ਮਤਲਬ ਜਿਵੇਂ ਇੱਕ ਅੱਖਰ ਊੜਾ ਯੂਜ਼ ਕਰ ਲਓ, ਜਿਵੇਂ ਫੋਰ ਐਗਜ਼ਾਮਪਲ ਉਹਨਾਂ ਦੇ ਤਾਂ ਅਲਫ ਹੈਗਾ ਵਾ, ਚਲੋ ਉੱਥੋਂ ਸਟਾਰਟ ਕੀਤਾ, ਉੱਥੋਂ ਉਹਨਾਂ ਨੇ ਅਲਫ ਨੂੰ ਲੈ ਕੇ ਪੂਰੇ ਇੱਕ ਬੰਦ ਲਿਖਿਆ। ਜਿਵੇਂ ਪੰਜਾਬੀ ਦੇ ਵਿੱਚ ਅਸੀਂ ਪੜ੍ਹਿਆ ਹੈਗਾ ਪਿੱਛੋਂ ਕਿ ਇੱਕ ਅੱਖਰ ਨੂੰ ਲੈ ਕੇ ਲਿਖਿਆ ਗਿਆ। ਪੰਜਾਬੀ ਵਿੱਚ ਇਸ ਕਾਵਿ ਰੂਪ ਬਿਰਧ ਉਦੋਂ ਪਈ ਜਦੋਂ ਮੁਸਲਮਾਨ ਕਵੀਆਂ ਨੇ ਪੰਜਾਬੀ 'ਚ ਕਵਿਤਾ ਲਿਖਣੀ ਹੈਗੀ ਸ਼ੁਰੂ ਕੀਤੀ। ਉਂਝ ਪੰਜਾਬੀ ਤੇ ਹਿੰਦੀ ਵਿੱਚ ਆਪੋ ਆਪਣੀ ਵਰਣਮਾਲਾ ਅਨੁਸਾਰ ਪੱਟੀ ਤੇ 52 ਅੱਖਰੀ ਲਿਖਣ ਦੀ ਪਰੰਪਰਾ ਹੈਗੀ ਹੈ। ਸਿਰਫ ਨਿਰੋਲ ਇੱਕ ਕਾਵਿ ਰੂਪ ਹੈਗਾ ਹੈ।
ਇਸ ਵਿੱਚ ਛੰਦ ਜਾਂ ਵਿਸ਼ੇ ਦੀ ਕੋਈ ਬੰਦਿਸ਼ ਨਹੀਂ। ਸਿਰਫ ਹੀ ਦੋਹੜੇ, ਦਿਓੜ, ਸ਼ਲੋਕ, ਬੈਂਤ ਕਿਸੇ ਵੀ ਕਾਵਿ ਬੰਤਰ ਦੀ ਵਰਤੋਂ ਕਰ ਸਕਦੀ ਹੈ। ਮਤਲਬ ਕੋਈ ਵੀ ਇਸ ਦੇ ਵਿੱਚ ਛੰਦ ਜਾਂ ਵਿਸ਼ੇ ਦੀ ਬੰਦਿਸ਼ ਨਹੀਂ ਹੈਗੀ ਕਿ ਇਸ ਨੂੰ ਲੈ ਕੇ ਹੀ ਲਿਖੇ ਜਾਣਾ ਹੈ। ਇਹਨਾਂ ਵਿੱਚੋਂ ਕਿਸੇ ਨੂੰ ਵੀ ਉਹ ਯੂਜ਼ ਕਰ ਸਕਦੀ ਹੈ। ਵਿਸ਼ਾ ਅਧਿਆਤਮਕ, ਧਾਰਮਿਕ, ਇਤਿਹਾਸਿਕ, ਰੋਮਾਂਟਿਕ ਕੋਈ ਵੀ ਇਸਦਾ ਹੋ ਸਕਦਾ ਹੈ। ਲੰਮੀ ਕਹਾਣੀ ਤੇ ਬਿਰਤਾਂਤ ਨੂੰ ਸਿਰਫੀ ਵਿੱਚ ਸਹਿਜੇ ਹੀ ਇੱਕ ਤਰੀਕੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਸਿਰਫੀ ਉਰਦੂ ਮਿਸ ਵਾਲੀ ਪੰਜਾਬੀ ਬੋਲੀ ਵਿੱਚ ਹੁੰਦੀ ਹੈ। ਇਸ ਦੀ ਮਿੱਠੀ ਠੇਠ ਤੇ ਸਰਲ ਭਾਸ਼ਾ ਉਹਨਾਂ ਪੁਰਾਣੇ ਬਜ਼ੁਰਗਾਂ ਨੂੰ ਬੜਾ ਪ੍ਰਭਾਵਿਤ ਕਰਦੀ ਹੈ ਜਿਨ੍ਹਾਂ ਦਾ ਪਿਛੋਕੜ ਕੀ ਹੈਗਾ ਉਰਦੂ ਫਾਰਸੀ ਵਾਲਾ ਹੈ। ਹੁਣ ਤੱਕ ਘੱਟੋ ਘੱਟ 100 ਕਵੀ ਸਿਰਫੀ ਉੱਤੇ ਆਪਣੀ ਕਲਮ ਜਿਹੜੀ ਹੈਗੀ ਹੈ ਉਹ ਅਜ਼ਮਾ ਚੁੱਕੇ ਹਨ। ਫਾਰਸੀ ਵਰਣਮਾਲਾ ਦੇ ਹਰਫ ਤਾਂ 28 ਹਨ। ਇਹ ਜ਼ਰੂਰ ਦੇਖਣਾ ਕਿਹੜੇ 35 ਹੈ, 52 ਹੈ, ਕਿੰਨੇ ਆ। ਫਾਰਸੀ ਤੋਂ ਉਰਦੂ ਦੇ ਵਿੱਚ ਕਿੱਥੋਂ ਕਿਹੜੀ ਚੀਜ਼ ਆਈ ਹੈਗੀ ਆ, ਸਭ ਕੁਝ ਇਹ ਜ਼ਰੂਰ ਲਰਨ ਕਰਨਾ ਹੁੰਦਾ, ਕਿਉਂਕਿ ਕਈ ਵਾਰੀ ਕੀ ਹੁੰਦਾ ਵਾ ਕਿ ਇਹ ਸਿੰਪਲ ਜੀ ਚੀਜ਼ ਹੁੰਦੀ ਹੈ ਤੇ ਇਹੋ ਉੱਥੇ ਜਾ ਕੇ ਕਈ ਵਾਰੀ ਨਾ ਫਸ ਜਾਈਦਾ ਹੈਗਾ ਵਾ ਕਿਉਂਕਿ ਅਸੀਂ ਇਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ। ਦੂਸਰੀਆਂ ਚੀਜ਼ਾਂ ਅਸੀਂ ਜ਼ਿਆਦਾ ਜ਼ੋਰ ਦੇ ਕੇ ਪੜ੍ਹ ਲੈਂਦੇ ਹਾਂ, ਪਰ ਇਹਨਾਂ ਦੇ ਉੱਤੇ ਅਸੀਂ ਥੋੜਾ ਜਿਹਾ, ਕਿਉਂਕਿ ਸਟਾਰਟਿੰਗ ਦੇ ਉੱਤੇ ਹੁੰਦੀਆਂ ਨੇ, ਇੱਕ ਦੋ ਚੀਜ਼ਾਂ ਇਹਦੇ ਵਿੱਚ ਛੁੱਟ ਜਾਂਦੀਆਂ ਹੈਗੀਆਂ। ਕਹਿੰਦੇ ਇਸਲਾਮੀ ਆਸਥਾ ਕਾਰਨ ਹੁਣ ਇਸ ਦੇ ਵਿੱਚ 28 ਦੀ ਥਾਂ 30 ਬੰਦਾਂ ਵਾਲੀ ਸਿਰਫੀ ਦੀ ਪਰੰਪਰਾ ਹੈਗੀ। ਹੁਣ 30 ਕਿਉਂ ਹੈਗਾ? ਕਹਿੰਦੇ ਅਸਲ ਵਿੱਚ ਕੁਰਾਨ ਦੇ ਸਿੰਗਰਿਆਂ ਭਾਵ ਚੈਪਟਰਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਵੀ 30 ਹੈਗੀ ਆ। ਰਮਜ਼ਾਨ ਵਿੱਚ ਵੀ 30 ਰੋਜ਼ਿਆਂ ਦਾ ਵਿਧਾਨ ਹੈ। ਇਸ ਲਈ 30 ਦਾ ਅੰਕ ਇਸਲਾਮੀ ਪਰੰਪਰਾ 'ਚ ਪਵਿੱਤਰ ਮੰਨਿਆ ਜਾਂਦਾ ਹੈ। 30 ਦੀ ਗਿਣਤੀ ਪੂਰੀ ਕਰਨ ਵਾਸਤੇ ਕਵੀ ਹਲਫ ਨਾਲ ਹੀ ਰਚਨਾ ਦਾ ਆਰੰਭ ਬੈਂਤ ਲਿਖਦੇ ਨੇ ਤੇ ਅਲਫ ਨਾਲ ਹੀ ਅੰਤਿਮ ਬੰਦ ਮੁਕਾਉਂਦੇ ਨੇ। ਹੁਣ ਦੇਖੋ ਕਿਉਂ, ਕਹਿੰਦੇ ਹੈ ਤਾਂ 28 ਹੈਗੇ ਇਸਦੇ ਪੂਰੇ ਤਰੀਕੇ ਦਾ 28 ਹਨ ਤੇ ਸਟਾਰਟਿੰਗ ਜਿਹੜੀ ਹੈਗੀ ਆ ਅਲਫ ਨਾਲ ਸ਼ੁਰੂ ਕਰਦੇ ਨੇ ਤੇ ਅਲਫ ਨਾਲ ਹੀ ਇਸਦੀ ਜਿਹੜੀ ਖਤਮ ਕਰਦੇ ਨੇ। ਇੱਕ ਹੋਰ ਬੰਦ ਹੈਗਾ ਵਾ ਲਾਮ ਤੇ ਅਲਫ ਦੇ ਜੋੜ ਨਾਲ ਲਾ ਬਣਾ ਕੇ ਸਿੱਜਿਆ ਜਾਂਦਾ ਹੈ। ਇਸ ਤਰ੍ਹਾਂ ਬੰਦ ਅੱਲਾ ਦੇ ਬੋਧਕ ਬਣ ਜਾਂਦੇ ਨੇ ਤੇ ਸਿਰਫੀ ਪੂਰੀ ਹੋ ਜਾਂਦੀ, ਜਿਵੇਂ ਕਹਿ ਸਕਦੇ ਇੱਕ ਅੱਲਾ ਦੇ ਨਾਮ ਤੇ। ਸੋ ਇਸ ਤਰੀਕੇ ਦੇ ਨਾਲ ਇਸ ਦੀ ਪੂਰੀ ਗਿਣਤੀ ਜਿਹੜੀ ਹੈਗੀ ਹੈ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ 30 ਇਸ ਦੇ ਪੂਰੀ ਉਹ ਕਰ ਦਿੰਦੇ ਨੇ। ਹੈ 28 ਹੈ ਬਟ 30 ਉਹ ਜਿਹੜੀ ਹੈਗੀ ਹੈ दोहरा के करते हैं, ऊपर से नीचे से। ਇਸਲਾਮੀ ਪਰੰਪਰਾ ਨਾਲ ਸੰਬੰਧਿਤ ਹੋਣ ਕਰਕੇ ਸੂਫੀ ਕਵੀਆਂ ਨੇ ਸਿਰਫੀ ਦੀ ਵਰਤੋਂ ਕਾਫੀ ਮਾਤਰਾ 'ਚ ਕੀਤੀ ਹੈ। ਉਹਨਾਂ ਦੀਆਂ ਸਿਰਫੀਆਂ 'ਚ ਇਸਲਾਮੀ ਸ਼ਰ੍ਹਾ ਦੀ ਚਰਚਾ ਵਧੇਰੇ ਹੈ ਤੇ ਸੰਸਾਰਿਕ ਜੀਵਨ ਦਾ ਚਰਿੱਤਰ ਉਹਨਾਂ ਦਾ ਚਿੱਤਰਨ ਘੱਟ ਕੀਤਾ ਗਿਆ ਹੈਗਾ ਵਾ, ਕਿਉਂਕਿ ਇਸਲਾਮੀ ਸ਼ਰ੍ਹਾ ਦੇ ਮੁਤਾਬਿਕ ਹੀ ਉਹ ਜਿੰਦੇ ਨੇ, ਚੱਲਦੇ ਹੈਗੇ ਨੇ। ਸੋ ਉਹਨਾਂ ਨੂੰ ਹੀ ਜ਼ਿਆਦਾ ਪ੍ਰੈਫਰ ਕਰਦੇ ਨੇ। ਉਹਨਾਂ ਦੇ ਚਾਹੇ ਤੁਸੀਂ ਚੀਜ਼ਾਂ ਵੇਖ ਲਓ, ਉਹਨਾਂ ਦੇ ਵਿੱਚ ਇਹੋ ਚੀਜ਼ਾਂ ਹੀ ਜ਼ਿਆਦਾ ਮਿਲਦੀਆਂ ਹੈਗੀਆਂ ਨੇ। ਇਸ ਤਰ੍ਹਾਂ ਉਹਨਾਂ ਨੇ ਸਿਰਫੀ ਨੂੰ ਇਸਲਾਮ ਦੇ ਪ੍ਰਚਾਰ ਲਈ ਵਧੇਰੇ ਵਰਤਿਆ ਹੈ। ਇਸ ਦੇ ਬਾਵਜੂਦ ਸੂਫੀਆਂ ਦੀਆਂ ਸਿਰਫੀਆਂ ਵਿੱਚ ਕਰਮਕਾਂਡ ਦੀ ਥਾਂ ਅੰਦਰਲੀ ਰੂਹਾਨੀਅਤ ਦੇ ਉੱਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ। ਸੂਫੀਆਂ ਦੇ ਦੋਹਰੇ ਤੇ ਦਵਈਏ ਵੀ ਸਿਰਫੀਆਂ ਵਿੱਚ ਵੀ ਸਿਰਫੀਆਂ ਰਹੀਆਂ ਨੇ। ਬਾਹੂ ਨੇ ਤਾਟੰਕ ਛੰਦ ਵਿੱਚ ਸਿਰਫੀ ਲਿਖੀ ਹੈ। ਉਂਝ ਸੂਫੀਆਂ ਵਿੱਚ ਹੀ ਨਹੀਂ, ਸਿਰਫੀ ਕਾਵਿ ਲਿਖਣ ਵਾਲੇ ਬਹੁਤ ਕਵੀਆਂ ਵਿੱਚ ਬੈਂਤ ਸਭ ਤੋਂ ਵੱਧ ਲੋਕਪ੍ਰਿਯ ਰਿਹਾ ਹੈ। ਭਾਵੇਂ ਅੱਜ ਪ੍ਰਾਪਤ ਕਾਵਿ ਵਿੱਚ ਸਿਰਫੀ ਦਾ ਸਭ ਤੋਂ ਪੁਰਾਣਾ ਨਮੂਨਾ ਸੁਲਤਾਨ ਬਾਹੂ ਦੀ ਰਚਨਾ ਹੈ, ਪਰੰਤੂ ਸਿਰਫੀ ਲਿਖਣ ਦੀ ਪਰੰਪਰਾ ਖਾਸੀ ਪੁਰਾਣੀ ਹੈ। ਮੋਹਨ ਸਿੰਘ ਦੀਵਾਨਾ ਅਨੁਸਾਰ ਪੰਜਾਬੀ ਵਿੱਚ ਪਹਿਲੀ ਸਿਰਫੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਕਵੀ ਮੀਰਾ ਸ਼ਾਹ ਨੇ ਲਿਖੀ ਸੀ। ਇਹ ਸਿਰਫੀ ਹੁਣ ਪ੍ਰਾਪਤ ਨਹੀਂ। ਸੁਲਤਾਨ ਬਾਹੂ ਦੀ ਇੱਕ ਸਿਰਫੀ ਦੇਖੋ, ਅਲਫ ਅੱਲਾ ਚੁੰਬੇ ਦੀ ਬੂਟੀ ਮੇਰੇ ਮੁਰਸ਼ਦ ਮਨ ਚ ਲਾਈ ਹੋ, ਇਹ ਸਭ ਨੂੰ ਪਤਾ ਹੈਗੀ ਹੈ। ਇਸ ਤੋਂ ਇਲਾਵਾ ਅਲੀ ਹੈਦਰ ਨੇ 5 ਸਿਰਫੀਆਂ ਉਹਨਾਂ ਦੀਆਂ ਰਹੀਆਂ ਨੇ। ਮਾਰਫਤ ਦਾ ਇਹ ਖਜ਼ਾਨਾ ਹਨ। ਇਸ ਦੇ ਵਿੱਚ ਦੇਸ਼ ਦੀ ਮਾੜੀ ਹਾਲਤ ਦੇ ਉੱਤੇ ਵੀ ਅਫਸੋਸ ਪ੍ਰਗਟ ਕੀਤਾ ਹੈ। 17 ਇੱਥੇ ਦਿੱਤੀਆਂ ਨੇ। ਬੇਬੀ ਜ਼ਹਿਰ ਨਹੀਂ ਜੋ ਖਾ ਮਰਨ, ਕੁਝ ਸ਼ਰਮ ਨਾ ਹਿੰਦੁਸਤਾਨੀਆਂ ਨੂੰ ਕਿਆ ਹੋਇਆ, ਉਹਨਾਂ ਰਾਜਿਆਂ ਨੂੰ ਕੁਝ ਲਾਜੇ ਗਿਆ ਨਹੀਂ ਤੁਰਾਨੀਆਂ ਨੂੰ। 19ਵੀਂ ਸਦੀ ਦੇ ਰਵਾਇਤੀ ਕਵਿਤਾ ਦੇ ਸਿਖਰ ਦੇ ਯੁੱਗ ਵਿੱਚ ਸਿਰਫੀ ਨੂੰ ਵਿਰਾਗ, ਤਿਆਗ, ਪ੍ਰੇਮ, ਇਤਿਹਾਸਿਕ ਬਿਰਤਾਂਤ ਦੇ ਬਿਆਨ ਲਈ ਬਹੁਤ ਜ਼ਿਆਦਾ ਵਰਤਿਆ ਗਿਆ ਹੈ। ਹੁਣ ਇਹ ਵੀ ਆ ਸਕਦਾ ਹੈ ਕਿ 19ਵੀਂ ਸਦੀ 'ਚ ਜਿਹੜਾ ਹੈਗਾ ਵਾ ਸਿਰਫੀ ਲਈ ਕਿਹੜੇ ਵਿਸ਼ੇ ਜ਼ਿਆਦਾ ਅਪਣਾਏ ਗਏ ਸੀ, ਜਾਂ ਫਿਰ ਕਿਸ ਨਾਲ ਰਿਲੇਟਡ ਜਿਹੜੀ ਹੈਗੀ ਸੀ ਸਿਰਫੀ ਇਹ ਲਿਖੀ ਜਾਂਦੀ ਸੀ। ਭਾਵੇਂ ਇਸ ਰੂਪਾਕਾਰ ਦਾ ਆਰੰਭ ਮੁਸਲਮਾਨਾਂ ਨੇ ਕੀਤਾ ਸੀ, ਪਰੰਤੂ ਹਿੰਦੂ ਤੇ ਸਿੱਖ ਕਵੀਆਂ ਨੇ ਵੀ ਇਸ ਦੀ ਭਰਪੂਰ ਵਰਤੋਂ ਕੀਤੀ ਹੈ। ਸੰਤ ਰੇਨ, ਸੰਤ ਗੋਪਾਲ ਸਿੰਘ, ਸਾਈਦਾਸ ਸਾਹਿਬ ਸਿੰਘ, ਦਿਆਲ ਸਿੰਘ, ਹਾਕਮ ਸਿੰਘ ਦਰਵੇਸ਼, ਨਿਹਾਲ ਸਿੰਘ, ਗੰਗਾਰਾਮ, ਮਿਲਖੀ ਰਾਮ, ਸੰਤ ਨੰਦ ਆਦਿ ਕਿੰਨੇ ਹੀ ਨਾਂ ਹੈਗੇ ਨੇ ਜੋ ਇਸ ਪਰੰਪਰਾ ਵਿੱਚ ਗਿਣੇ ਜਾ ਸਕਦੇ ਹਨ।
ਪੂਰਨ ਭਗਤ ਦੇ ਕਿਸੇ ਵਿਚਲੀ ਸਿਰਫੀ ਇਸ ਕਾਵਿ ਦੀ ਬਿਰਤਾਂਤ ਸਿਰਜਣ ਦੀ ਸਮਰੱਥਾ ਦਾ ਪ੍ਰਮਾਣ ਹੈ। ਰੇ ਰੰਗ ਮਹਿਲ ਤੇ ਚੜ ਗਈ, ਰੋ ਰੋ ਆਖਦੀ ਪੂਰਨਾ ਲੁੱਟ ਗਿਓ। ਹਰੀ ਸਿੰਘ ਨਲਵੇ ਦਾ ਬਿਰਤਾਂਤ ਕਾਦਰ ਯਾਦ ਦੇ ਤਕੱਲਸ ਨਾਲ ਲਿਖਣ ਵਾਲੇ ਇੱਕ ਪੁਰਾਤਨ ਕਵੀ ਦੀਆਂ ਸਿਰਫੀਆਂ ਵਿੱਚੋਂ ਪ੍ਰਾਪਤ ਹੁੰਦਾ ਹੈ। ਇਸ ਦਾ ਵੀ ਇਸ ਦੇ ਵਿੱਚ ਬੰਦ ਦਿੱਤਾ ਹੋਇਆ ਹੈ। ਅੰਗਰੇਜ਼ੀ ਰਾਜ ਸਮੇਂ ਬਚਦੇ ਨੇ ਅੰਗਰੇਜ਼ੀ ਰਾਜ ਸਮੇਂ ਅੰਗਰੇਜ਼ੀ ਧੱਕੇਸ਼ਾਹੀ ਦਾ ਇਹ ਰਹਿਣ ਦੋ ਜ਼ਿਕਰ ਵੀ ਇੱਕ ਸਿਰਫੀ ਵਿੱਚ ਕੀਤਾ ਗਿਆ ਹੈ। ਇਸ ਪ੍ਰਕਾਰ ਇਸ ਦਾ ਵੀ ਇੱਕ ਬੰਦ ਦਿੱਤਾ ਗਿਆ ਹੈ। ਕਹਿੰਦੇ ਸਿਰਫੀ ਦੀ ਅਮੀਰ ਪਰੰਪਰਾ ਦੇ ਬਾਵਜੂਦ ਅੱਜ ਇਸ ਦੀ ਵਰਤੋਂ ਘਟ ਗਈ ਹੈ। ਇਸ ਕਾਰਨ ਇੱਧਰਲੇ ਪੰਜਾਬ ਵਿੱਚ ਫਾਰਸੀ ਲਿਪੀ ਤੇ ਉਰਦੂ ਭਾਸ਼ਾ ਤੋਂ ਸਾਡੇ ਲੋਕਾਂ ਦੀ ਵੱਧ ਰਹੀ ਬੇਗਾਨਗੀ ਹੈ। ਕਾਰਨ ਇਸ ਦਾ ਦੱਸਿਆ ਗਿਆ ਕਿਉਂਕਿ ਇੰਗਲਿਸ਼ ਵੱਲ ਜ਼ਿਆਦਾ ਵਰਤੋਂ ਚੱਲਦੀ ਪਈ ਹੈ, ਨਾਲ ਇਸ ਦੇ ਪੰਜਾਬੀ ਜਿਹੜੀ ਹੈਗੀ ਆ ਉਸ ਦੇ ਉੱਤੇ ਵੀ ਧਿਆਨ ਜਿਹੜਾ ਘਟਦਾ ਜਾ ਰਿਹਾ ਹੈ। ਫਿਰ ਫਾਰਸੀ ਤੇ ਉਰਦੂ ਦੀ ਜਾਲੀ ਛੱਡ ਦੋ। ਪੱਛਮੀ ਪੰਜਾਬ ਵਿੱਚ ਅੱਜ ਵੀ ਇਸ ਰੂਪਾਕਾਰ ਨੂੰ ਬਹੁਤ ਵਰਤਿਆ ਜਾਂਦਾ ਹੈ। ਇੱਧਰਲੇ ਸਟੇਜੀ ਕਵੀ ਤੇ ਕਵੀਸ਼ਰ ਵੀ ਕਦੇ-ਕਦੇ ਇਸ ਰੂਪਾਕਾਰ ਦੀ ਵਰਤੋਂ ਕਰ ਲੈਂਦੇ ਨੇ। ਸਿਰਫ ਇਹ ਲੰਮੇ ਬਿਰਤਾਂਤ ਨੂੰ ਬੜੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਚਿਤਰਨ ਦੀ ਸਮਰੱਥਾ ਵਾਲਾ ਕਾਵਿ ਹੈ। ਇਹ ਜ਼ਰੂਰ ਯਾਦ ਰੱਖਿਆ ਕਰੋ। ਇੱਕ ਕੁਐਸਚਨ ਪੁੱਛੇ ਗਏ ਸੀ ਕਿ ਲੰਮੇ ਬਿਰਤਾਂਤ ਜਾਂ ਬਿਰਤਾਂਤਾਂ ਚ ਵਿੱਚ ਕਿਹੜੀ-ਕਿਹੜੀ ਰਚਨਾਵਾਂ ਜਾਂ ਫਿਰ ਕਿਹੜੇ-ਕਿਹੜੇ ਰੂਪ ਆਉਂਦੇ ਨੇ, ਜਿਵੇਂ ਸਿਰਫੀ ਇਸ ਦੇ ਵਿੱਚ ਆਉਂਦਾ। ਠੀਕ ਹੈ, ਜਿਵੇਂ ਇਸ ਤੋਂ ਇਲਾਵਾ ਛੋਟੇ ਕਿਹੜੇ ਹੋਣਗੇ, ਇੱਕ ਪ੍ਰਗੀਤ, ਗੀਤ, ਕਥਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਸ ਤਰੀਕੇ ਨਾਲ ਇਹ ਵੀ ਯਾਦ ਰੱਖਿਆ ਕਰੋ ਕਿਉਂਕਿ ਘੁਮਾ ਫਿਰਾ ਕੇ ਕੁਐਸਚਨ ਬੜੇ ਪੁੱਛੇ ਜਾਂਦੇ ਹੈਗੇ ਨੇ। ਸੋ ਕਹਿੰਦੇ ਇਸ ਦੀ ਵਰਤੋਂ ਕਰਕੇ ਕਵੀ ਜਨ ਸਮੂਹ ਨੂੰ ਆਪਣੇ ਨਾਲ ਕੀ ਹੈਗੇ ਨੇ ਇੱਕ ਤਰੀਕੇ ਦੇ ਨਾਲ ਜੋੜਦੇ ਹੈਗੇ ਨੇ। ਇਹ ਹੈਗੇ ਸੀ ਸਾਡੇ ਕੋਲ ਥੋੜੇ ਜਿਹੇ ਮੈਂ ਰੂਪ ਸਾਹਿਤ ਦੇ ਦੱਸੇ ਸੀ। ਹੋਰ ਵੀ ਅਜੇ ਪਏ ਨੇ ਜੋ ਕਿ ਅਸੀਂ ਕੱਲ ਕਰਾਂਗੇ। ਮੈਨੂੰ ਵੇਖ ਲੈਣ ਦਿਓ, ਥੱਲੇ ਤੇ ਨਹੀਂ ਹੈਗਾ, ਨਹੀਂ। ਬਾਕੀ ਜਿਹੜੀ ਵੀਡੀਓ ਹੋਏਗੀ ਉਹ ਕੱਲ ਕਰਾਂਗੇ, ਸੋ ਵੀਡੀਓ ਦੇਖਦੇ ਰਹੋ। ਥੈਂਕ ਯੂ।